ਕੱਲ ਵੋਟਾਂ ਖਤਮ ਹੋ ਗਈਆਂ ਤੇ ਐਗਜ਼ਿਟ ਪੋਲ ਕੀ ਕਹਿੰਦੇ ਆ, ਕਿਹੜੀ ਪਾਰਟੀ ਦੇ ਹੱਥ ਜਿਹੜੀ ਹੈ ਉਹ ਜਿੱਤ ਲੱਗ ਰਹੀ ਹੈ। ਕਰਨਾਟਕਾ ਵਿਧਾਨ ਸਭਾ ਚੋਣਾਂ ਦੇ ਲਈ ਵੋਟਾਂ ਹੋਈਆਂ, ਸਭ ਦੀਆਂ ਨਜ਼ਰਾਂ ਉਧਰ ਵੀ ਬਣੀਆਂ ਹੋਈਆਂ ਤੇ ਖਾਸ ਕਰ ਪੰਜਾਬ ਦੀਆਂ ਨਜ਼ਰਾਂ ਜਿਹੜੀਆਂ ਨੇ ਉਹ ਜਲੰਧਰ ਜਿਮਨੀ ਚੋਣ ਤੇ ਬਣੀਆਂ ਹੋਈਆਂ ਨੇ। ਕਿਹਦੀ ਕਿੱਥੋਂ ਜਿੱਤ ਹੋਣ ਜਾ ਰਹੀ ਹੈ, ਜਲੰਧਰ ਤੋਂ ਕਿਹਦੀ ਜਿੱਤ ਹੋਣ ਜਾ ਰਹੀ ਹੈ, ਔਰ ਐਗਜ਼ਿਟ ਪੋਲ ਕੀ ਕਹਿੰਦੇ ਨੇ ਕਿ ਕਾਂਗਰਸ ਦੀ ਜਾਂ ਬੀਜੇਪੀ ਦੀ ਜਾਂ ਜਨਤਾ ਦਲ ਦੀ ਕੀ ਪੋਜੀਸ਼ਨ ਹੈ ਕਰਨਾਟਕ ਦੀਆਂ ਚੋਣਾਂ ਦੇ ਵਿੱਚ, ਕਿਹਦੀ ਸਰਕਾਰ ਜਿਹੜੀ ਬਣ ਜਾ ਰਹੀ ਹੈ ਐਗਜ਼ਿਟ ਪੋਲ ਦੇ ਮੁਤਾਬਕ, ਤੁਹਾਨੂੰ ਜਿਹੜੀ ਆ ਉਹ ਗੱਲਬਾਤ ਦੱਸਾਂਗੇ। ਤਾਂ ਉਧਰ ਪੰਜਾਬ ਦੇ ਅੰਦਰ ਦਰਬਾਰ ਸਾਹਿਬ ਦੇ ਕੋਲ 5 ਦਿਨਾਂ ਦੇ ਵਿੱਚ ਲਗਾਤਾਰ ਤੀਜਾ ਧਮਾਕਾ ਹੈ। ਇੱਕ ਤੋਂ ਬਾਅਦ ਇੱਕ ਧਮਾਕੇ ਕਿਉਂ ਹੋ ਜਾ ਰਹੇ ਨੇ ਤੇ ਕਿਵੇਂ ਹੋ ਰਹੇ ਨੇ, ਕੌਣ ਕਰ ਰਿਹਾ ਹੈ, ਗੱਲਬਾਤ ਇਸ ਤੇ ਅਸੀਂ ਕਰਨੀ ਹੈ। ਜਾਂਚ ਵੀ ਚੱਲ ਰਹੀ ਹੈ, ਜਾਂਚ ਦੇ ਵਿੱਚ ਕੀ ਕੁਝ ਸਾਹਮਣੇ ਆ ਰਿਹਾ ਹੈ, ਗੱਲਬਾਤ ਇਸ ਤੇ ਕਰਾਂਗੇ ਪੰਜਾਬ ਦੇ ਹਾਲਾਤਾਂ ਤੇ ਔਰ ਜਿਮਨੀ ਚੋਣ ਦੇ ਔਰ ਕਰਨਾਟਕ ਵਿਧਾਨ ਸਭਾ ਚੋਣਾਂ ਦੇ ਰਿਜ਼ਲਟ ਨੂੰ ਲੈ ਕੇ ਐਗਜ਼ਿਟ ਪੋਲ ਦੇ ਮੁਤਾਬਕ ਸਹੀ ਸਟੀਕ ਜਾਣਕਾਰੀ ਦੇਣ ਦੀ ਤੁਹਾਨੂੰ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ। ਜੋ ਕੁਝ ਹੋਇਆ ਕੱਲ ਜਲੰਧਰ ਜਿਮਨੀ ਚੋਣ ਦੇ ਵਿੱਚ, ਗੱਲਬਾਤ ਉਸ ਤੇ ਵੀ ਕਰਾਂਗੇ। ਸਾਰੀਆਂ ਖਬਰਾਂ ਤੇ ਵਿਸਥਾਰ ਪੂਰਵਕ ਚਰਚਾ ਦੇ ਲਈ ਮੇਰੇ ਨਾਲ ਜੁੜੇ ਆ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ। ਸਭ ਤੋਂ ਪਹਿਲਾਂ ਸਵਾਗਤ ਕਰਦਾ। ਅਣਖੀ ਸਾਹਿਬ, ਸਵਾਗਤ ਹੈ ਜੀ ਪ੍ਰੋਗਰਾਮ ਵਿੱਚ ਤੁਹਾਡਾ। ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਅਣਖੀ ਸਾਹਿਬ, ਇੱਕ ਇੱਕ ਕਰਕੇ ਦੱਸਿਆ ਜੀ ਕਿ ਕਰਨਾਟਕ ਵਿਧਾਨ ਸਭਾ ਚੋਣਾਂ ਹੋਈਆਂ ਨੇ, ਜਲੰਧਰ ਦੀ ਜਿਮਨੀ ਚੋਣ ਹੋਈ ਹੈ, ਹਾਲਾਂਕਿ ਕੁਝ ਹੋਰ ਜਗ੍ਹਾ ਤੇ ਵੀ ਜਿਮਨੀ ਚੋਣਾਂ ਹੋਈਆਂ ਨੇ, ਪਰ ਖਾਸ ਕਰਕੇ ਪੰਜਾਬੀਆਂ ਦੀ ਜਾਂ ਸਾਡੀ ਨਜ਼ਰ ਜਿਹੜੀ ਹੈ ਉਹ ਜਲੰਧਰ ਬਾਈ ਇਲੈਕਸ਼ਨ ਦੇ ਉੱਪਰ ਬਣੀ ਹੋਈ ਹੈ। ਔਰ ਜੇ ਦੇਸ਼ ਦੀ ਰਾਜਨੀਤੀ ਦੀ ਗੱਲ ਕਰੀਏ ਤਾਂ ਬਾਕੀ ਜਿਮਨੀ ਚੋਣਾਂ ਦੇ ਨਾਲੋਂ ਜਿਹੜੀ ਕਰਨਾਟਕ ਵਿਧਾਨ ਸਭਾ ਚੋਣਾਂ ਹੋਈਆਂ ਨੇ ਉਹਨਾਂ ਦੇ ਉੱਪਰ ਪੂਰੇ ਦੇਸ਼ ਦੀ ਨਜ਼ਰ ਜਿਹੜੀ ਆ ਬਣੀ ਹੋਈ ਹੈ। ਕਹਿੰਦੇ ਕਿ 24 ਦੇ ਲਈ ਸੈਮੀਫਾਈਨਲ ਜਿਹੜਾ ਹੋ ਸਕਦਾ ਹੈ। ਕਿਵੇਂ ਦੇਖਦੇ ਹੋ? ਹਾਲਾਂਕਿ ਇਸ ਤੋਂ ਬਾਅਦ ਰਾਜਸਥਾਨ ਦੀਆਂ ਵੀ ਚੋਣਾਂ ਰਹਿੰਦੀਆਂ ਨੇ। ਕਿਵੇਂ ਦੇਖਦੇ ਹੋ ਅਣਖੀ ਸਾਹਿਬ ਕਿ ਕਰਨਾਟਕ ਦੀ ਜਿਹੜੀ ਚੋਣ ਹੋਈ ਹੈ ਔਰ ਜਲੰਧਰ ਦੀ ਜਿਮਨੀ ਚੋਣ ਹੋਈ ਹੈ, ਇਹਨਾਂ ਦੇ ਐਗਜ਼ਿਟ ਪੋਲ ਕੀ ਕਹਿੰਦੇ ਨੇ? ਕਿਹੜੀ ਪਾਰਟੀ ਜਿੱਤ ਵਾਲੇ ਪਾਸੇ ਨੂੰ ਵੱਧ ਰਹੀ ਹੈ, ਕਿਹਦੇ ਹੱਥ ਜਿੱਤ ਲੱਗੂਗੀ ਔਰ ਕਿਹੜੀ ਫਾੜੀ ਜਾਂਦੀ ਦਿਖਦੀ ਹੈ? ਸੁਖਵਿੰਦਰ ਜੀ, ਕੱਲ ਚੋਣਾਂ ਜਿਹੜੀਆਂ ਖਤਮ ਹੋ ਗਈਆਂ, ਕਰਨਾਟਕਾ ਦੀਆਂ ਵੀ, ਪੰਜਾਬ ਦੇ ਵਿੱਚ ਜਿਹੜੀ ਜਲੰਧਰ ਦੀ ਜਿਮਨੀ ਚੋਣ ਹੋਈ ਉਹ ਵੀ ਖਤਮ, ਕੁਝ ਹੋਰ ਥਾਵਾਂ ਤੇ ਵੀ ਹੋਈ। ਪਰ ਬੇਸਿਕਲੀ ਧਿਆਨ ਜਿਹੜਾ ਸੀ ਉਹ ਕਰਨਾਟਕਾ ਵਿਧਾਨ ਸਭਾ ਦੇ ਉੱਤੇ ਹੈ। ਲੋਕਾਂ ਦਾ ਨਜ਼ਰ ਜਿਹੜੀਆਂ ਟਿਕੀਆਂ ਨੇ ਤੇ ਬਕੌਲ ਅਸੀਂ ਪੰਜਾਬੀ ਹਾਂ, ਸਾਡੇ ਪੰਜਾਬ 'ਚ ਚੋਣ ਹੋ ਰਹੀ ਤੇ ਸਾਰੇ ਪੰਜਾਬ ਦੇ ਲੋਕਾਂ ਦਾ ਜਿਹੜਾ ਧਿਆਨ ਆ ਉਹ ਜਲੰਧਰ ਦੀ ਜਿਮਨੀ ਚੋਣ ਤੇ ਲੱਗਾ। ਜਲੰਧਰ ਦੀ ਜਿਮਨੀ ਚੋਣ ਦੇ ਸੰਬੰਧੀ ਜੋ ਐਗਜ਼ਿਟ ਪੋਲ ਨੇ ਜਾਂ ਕੀ ਸਥਿਤੀਆਂ ਨੇ ਉਹਨਾਂ ਸੰਬੰਧੀ ਗੱਲ ਚਲੋ ਆਪਾਂ ਬਾਅਦ 'ਚ ਕਰਦੇ ਹਾਂ। ਸਭ ਤੋਂ ਪਹਿਲਾਂ ਤਾਂ ਕਰਨਾਟਕਾ ਵਿਧਾਨ ਸਭਾ ਦੀ ਜਿਹੜੀ ਕੱਲ ਵੋਟਿੰਗ ਹੋਈ ਹੈ ਉਸ ਦੀ ਗੱਲ ਕਰਦੇ ਹਾਂ। ਚੋਣਾਂ ਕੱਲ ਸਮਾਪਤ ਹੋ ਗਈਆਂ। ਇਸ ਦਾ ਨਤੀਜਾ ਸੁਖਿੰਦਰ ਜੀ ਸ਼ਨੀਚਰਵਾਰ 13 ਮਈ ਨੂੰ ਆਉਣਾ ਤੇ ਜਿਹੜੇ ਐਗਜ਼ਿਟ ਪੋਲ ਨੇ ਉਹਨਾਂ ਨੇ ਆਪੋ ਆਪਣਾ ਜਿਹੜਾ ਤੱਥ ਜਿਹੜੇ ਉਹ ਪੇਸ਼ ਕੀਤੇ ਨੇ। ਕਰਨਾਟਕਾ ਵਿਧਾਨ ਸਭਾ ਦੀਆਂ ਜਿਹੜੀਆਂ ਕੁੱਲ ਵਿਧਾਨ ਸੀਟਾਂ ਨੇ ਉਹ 224 ਨੇ ਤੇ 224 ਦੇ ਵਿੱਚੋਂ 113 ਦਾ ਬਹੁਮਤ ਜਿਹਦੇ ਕੋਲ ਪ੍ਰਾਪਤ ਹੋਏਗਾ, ਜਾਦੂਈ ਅੰਕੜਾ, ਉਹ ਉਹਦੀ ਉੱਥੇ ਸਰਕਾਰ ਬਣੇਗੀ। 113 ਸੀਟਾਂ ਚਾਹੀਦੀਆਂ ਨੇ। ਤਾਂ ਉਸ ਸੰਬੰਧ ਦੇ ਵਿੱਚ ਦੇਸ਼ ਦੀਆਂ ਜਿੰਨੀਆਂ ਵੀ ਪ੍ਰਮੁੱਖ ਪਾਰਟੀਆਂ ਨੇ, ਕਾਂਗਰਸ, ਭਾਰਤੀ ਜਨਤਾ ਪਾਰਟੀ, ਇਹਨਾਂ ਨੇ ਵੀ ਉੱਥੇ ਪੂਰਾ ਤਿਲ ਤੱਕ ਦਾ ਜਿਹੜਾ ਜ਼ੋਰ ਲਾਇਆ। ਈਵਨ ਕਿ ਪ੍ਰਧਾਨ ਮੰਤਰੀ ਸਾਹਿਬ ਵੀ ਉੱਥੇ ਜਾ ਕੇ ਉਹ ਗਏ। ਬੀਤੇ ਦਿਨਾਂ 'ਚ ਜਦੋਂ ਚੋਣ ਪ੍ਰਚਾਰ ਸੀ ਤਾਂ ਜੈ ਬਜਰੰਗ ਬਲੀ ਦੇ ਨਾਅਰੇ ਨੂੰ ਲੈ ਕੇ ਬਹੁਤ ਕੁਝ ਇਸ ਤਰ੍ਹਾਂ ਦਾ ਚੱਲਿਆ। ਦੂਜੇ ਪਾਸੇ ਇੱਕ ਫਿਲਮ ਜਿਹੜੀ ਆ ਉਹਦਾ ਵੀ ਪ੍ਰਧਾਨ ਮੰਤਰੀ ਸਾਹਿਬ ਨੇ ਜ਼ਿਕਰ ਜਿਹੜਾ ਕੀਤਾ, ਭਾਵ ਕਿ ਹਰ ਦਾ ਪੱਤਾ ਜਿਹੜਾ ਹਰ ਪਾਰਟੀ ਵੱਲੋਂ ਉੱਥੇ ਖੇਡਿਆ ਗਿਆ। ਜਦੋਂ ਜੈ ਸ਼੍ਰੀ ਰਾਮ ਜਾਂ ਭਗਵਾਨ ਮਾਫ ਕਰਦਾ ਕਿ ਆਪਾਂ ਕਹਿ ਸਕਦੇ ਕਿ ਬਜਰੰਗ ਬਲੀ ਦੀ ਜੈ, ਇਸ ਨਾਅਰੇ ਨੂੰ ਗੱਲ ਲੈ ਕੇ ਜਦੋਂ ਕਾਂਗਰਸ ਥੋੜ੍ਹੀ ਜਿਹੀ ਬੈਕਫੁੱਟ ਤੇ ਗਈ ਤਾਂ ਉਸ ਸਮੇਂ ਕਾਂਗਰਸ ਨੇ ਫਿਰ ਇਸ ਗੱਲ ਨੂੰ ਕਿਹਾ ਤਾਂ ਪ੍ਰਧਾਨ ਮੰਤਰੀ ਸਾਹਿਬ ਨੇ ਤਾਂ ਸਿੱਧਾ ਹੀ ਕਹਿ ਦਿੱਤਾ ਕਿ ਜਦੋਂ ਤੁਸੀਂ ਬਟਨ ਨੱਪਣਾ ਆ ਤਾਂ ਉਸ ਵੇਲੇ ਜੈ ਬਜਰੰਗ ਬਲੀ ਜਿਹੜਾ ਜ਼ਰੂਰ ਕਹਿਣਾ। ਸੋ ਇਹ ਚੋਣ ਪ੍ਰਚਾਰ ਹਰ ਤਰੀਕੇ ਨਾਲ ਉੱਥੇ ਸੁਖਵਿੰਦਰ ਜੀ ਕੀਤਾ ਗਿਆ। ਹੁਣ ਵੋਟਾਂ ਜਦੋਂ ਪੈ ਗਈਆਂ, ਐਗਜ਼ਿਟ ਪੋਲ ਜਿਹੜੇ ਸਾਹਮਣੇ ਆਏ ਨੇ ਸੁਖਵਿੰਦਰ ਜੀ, ਉਹਦੇ ਵਿੱਚ ਕੁਝ ਐਗਜ਼ਿਟ ਪੋਲ ਤਾਂ ਕਾਂਗਰਸ ਨੂੰ ਦੱਸ ਰਿਹਾ ਕਿ ਕਾਂਗਰਸ ਵੱਧਦੇ ਵੱਲ ਵੱਧਦੀ, ਕਾਂਗਰਸ ਉੱਥੇ ਆਪਣੀਆਂ ਸਰਕਾਰ ਬਣਾਉਣ 'ਚ ਸਫਲ ਹੋ ਜਾਏਗੀ। ਕੋਈ ਕਾਂਗਰਸ ਨੂੰ 108 ਤੋਂ ਲੈ ਕੇ 115, 108 ਤੱਕ ਦੱਸ ਰਿਹਾ ਆ ਜਾਂ 118 ਤੱਕ ਦੱਸ ਰਿਹਾ, ਭਾਵ ਕਿ ਜ਼ਿਆਦਾ ਐਗਜ਼ਿਟ ਪੋਲ ਜਿਹੜੇ ਨੇ ਉਹ ਕਾਂਗਰਸ ਦੇ ਹੱਕ ਦੇ ਵਿੱਚ ਜਿਹੜੇ ਜਾ ਰਹੇ ਨੇ। ਤੇ ਜੇਕਰ 2018 ਵਾਲੀ ਜਿਹੜੀ ਸਥਿਤੀ ਸੀ, ਮਾਫ ਕਰਦਾ 2018 ਵਾਲੀ ਜਿਹੜੀ ਸਥਿਤੀ ਸੀ, ਉਸ ਸਥਿਤੀ ਦੇ ਵਿੱਚ ਵੀ ਲਟਕਵੀਂ ਉੱਥੇ ਵਿਧਾਨ ਸਭਾ ਬਣਨ ਦੇ ਜਿਹੜੇ ਤੱਥ ਜਿਹੜੇ ਉਸ ਸਮੇਂ 'ਚ ਪੇਸ਼ ਹੋਏ ਤੇ ਉਹੋ ਜਿਹੇ ਵੀ ਐਗਜ਼ਿਟ ਪੋਲ ਕੁਝ ਸਾਹਮਣੇ ਆਏ ਨੇ ਜਿਹਦੇ ਵਿੱਚ ਕਰਨਾਟਕਾ ਦੇ ਵਿੱਚ ਲਟਕਵੀਂ ਵਿਧਾਨ ਸਭਾ ਜਿਹੜੀ ਆ ਜਿਹੜੀ ਸਰਕਾਰ ਜਿਹੜੀ ਉਹ ਬਣ ਸਕਦੀ ਹੈ।
ਸੋ ਕਹਿਣ ਦਾ ਅਰਥ ਆ ਕਿ ਕਾਂਗਰਸ ਦੀ ਜਿਹੜੀ ਮਿਹਨਤ ਆ ਉੱਥੇ ਇਸ ਤਰ੍ਹਾਂ ਲੱਗ ਰਹੀ ਆ ਕਿ ਰੰਗ ਜਿਹੜੀ ਲਿਆ ਰਹੀ ਆ, ਕਿਉਂਕਿ ਇਹਨਾਂ ਚੋਣਾਂ ਦੇ ਵਿੱਚ ਕਰਨਾਟਕਾ ਦੀ ਜਿਹੜੀਆਂ ਚੋਣਾਂ ਹੋਈਆਂ ਨੇ, ਇਹਨਾਂ ਚੋਣਾਂ ਦੇ ਵਿੱਚ ਕਾਂਗਰਸ ਨੇ ਆਪਣੀ ਪੂਰੀ ਤਾਕਤ ਜਿਹੜੀ ਝੋਕ ਦਿੱਤੀ। ਤੇ ਤੁਹਾਨੂੰ ਯਾਦ ਹੋਵੇਗਾ ਕਿ ਆਪਾਂ ਇਹ ਵੀ ਗੱਲ ਕੀਤੀ ਕਿ ਪੰਜਾਬ ਦੀ ਜਿਹੜੀ ਜਲੰਧਰ ਵਾਲੀ ਜਿਮਨੀ ਚੋਣ ਸੀ ਉਹਦੇ ਵਿੱਚ ਕਾਂਗਰਸ ਹਾਈ ਕਮਾਂਡ ਦਾ ਕੋਈ ਵੀ ਨੇਤਾ ਜਿਹੜਾ ਜਲੰਧਰ ਵਿੱਚ ਨਹੀਂ ਪਹੁੰਚਿਆ। ਉਹਨਾਂ ਨੇ ਆਪਣਾ ਸਾਰਾ ਫੋਕਸ ਜਿਹੜਾ ਸੀ ਕਰਨਾਟਕਾ ਵਿਧਾਨ ਸਭਾ ਤੇ ਕੀਤਾ ਸੀ। ਸ਼ਾਇਦ ਇਸ ਦਾ ਇਹ ਕਾਰਨ ਸੀ ਕਿ ਜੇਕਰ ਇਹ ਸੀਟ ਹਾਰ ਵੀ ਜਾਂਦੀ ਹੈ ਤਾਂ ਵੀ ਕਾਂਗਰਸ ਨੂੰ ਕੋਈ ਨੁਕਸਾਨ ਨਹੀਂ, ਜੇ ਜਿੱਤ ਜਾਂਦੀ ਹੈ ਤਾਂ ਵੀ ਕੋਈ ਫਾਇਦਾ ਨਹੀਂ ਉੱਪਰਲੇ ਪੱਧਰ ਤੇ। ਪਰ ਜਿਹੜੀ ਕਰਨਾਟਕਾ ਵਿਧਾਨ ਸਭਾ ਦੀ ਜਿਹੜੀ ਸਥਿਤੀ ਸੀ ਉਹ ਕੁਝ ਹੋਰ ਤਰੀਕੇ ਦੀ ਹੈ, ਕਿਉਂਕਿ ਜਿਸ ਤਰੀਕੇ ਨਾਲ ਰਾਜਸਥਾਨ ਦੇ ਵਿੱਚ ਕਾਂਗਰਸ ਦੀ ਸਰਕਾਰ ਹੈਗੀ, ਹੁਣ ਉੱਥੇ ਵੀ ਚੋਣਾਂ ਹੋਣੀਆਂ ਨੇ। ਜਿਸ ਤਰੀਕੇ ਨਾਲ ਤੁਸੀਂ ਸਥਿਤੀ ਬਿਆਨ ਕੀਤੀ ਕਿ 2024 ਦਾ ਇਹ ਸੈਮੀਫਾਈਨਲ ਕਿਹਾ ਜਾ ਸਕਦਾ, ਤਾਂ ਕਾਂਗਰਸ ਦੀ ਇਹ ਕੋਸ਼ਿਸ਼ ਸੀ ਕਿ ਜਿਹੜੀ ਬੈਕਫੁੱਟ ਤੇ ਜਾ ਰਹੀ ਹੈ ਦਿਨ ਬ ਦਿਨ, ਜਾਂ ਜਿਸ ਤਰੀਕੇ ਨਾਲ ਦੇਸ਼ ਦੇ ਵਿੱਚ ਉਸ ਦਾ ਨਾਮ ਮਿਟਦਾ ਜਾ ਰਿਹਾ, ਤਾਂ ਕਰਨਾਟਕਾ ਵਿਧਾਨ ਸਭਾ ਦੇ ਵਿੱਚ ਜੇਕਰ ਉਹ ਜਿੱਤ ਹਾਸਲ ਕਰ ਲੈਂਦੀ ਹੈ ਤਾਂ ਇਸ ਦਾ ਪ੍ਰਭਾਵ ਕੁਦਰਤੀ ਤੌਰ ਤੇ 2024 ਦੀਆਂ ਚੋਣਾਂ ਤੇ ਪੈਣਾ। ਸੋ ਉਸ ਤਰੀਕੇ ਨਾਲ ਪੂਰੀ ਤਾਕਤ ਝੋਕ ਦਿੱਤੀ। ਰਾਹੁਲ ਗਾਂਧੀ, ਪ੍ਰਿयंका ਗਾਂਧੀ, ਸੋਨੀਆ ਗਾਂਧੀ, ਮਲਕਾਰਾਜਨ ਖੜਗੇ, ਸਭ ਬੰਦਿਆਂ ਨੇ ਉੱਥੇ ਜਿਹੜਾ ਆਪੋ ਆਪਣੇ ਪੱਧਰ ਤੇ ਜ਼ੋਰ ਲਾਇਆ। ਤਾਂ ਜਿਸ ਦਾ ਨਤੀਜਾ ਜਿਹੜੇ ਆਪਾਂ ਐਗਜ਼ਿਟ ਪੋਲਾਂ ਦਾ ਰਾਹੀਂ ਉਹ ਸੁਖਵਿੰਦਰ ਜੀ ਸਾਹਮਣੇ ਆਇਆ ਕਿ ਉੱਥੇ ਕਾਂਗਰਸ ਜਿਹੜੀ ਹੈ ਸਰਕਾਰ ਬਣਾਉਂਦੀ ਨਜ਼ਰ ਆ ਰਹੀ ਆ। ਪਰ ਇਹ ਵੀ ਗੱਲ ਆਪਾਂ ਕਲੀਅਰ ਕਰ ਦਈਏ ਕਿ ਜਿਹੜੀਆਂ ਉੱਥੇ ਜਨਤਾ ਦਲ ਐਸ ਹੈ ਜਾਂ ਕੁਝ ਹੋਰ ਪਾਰਟੀਆਂ, ਉਹਨਾਂ ਦੀ ਵੀ ਸਥਿਤੀ ਜਿਹੜੀ ਆ ਉਹ ਇਹੋ ਜਿਹੀ ਸਥਿਤੀ ਹੈ ਕਿ ਲਟਕਵੀਂ ਵਿਧਾਨ ਸਭਾ ਵੱਲ ਉਹ ਜ਼ੋਰ ਜਿਹੜਾ ਪਾ ਸਕਦੇ ਨੇ, ਯੋਗਦਾਨ ਪਾ ਸਕਦੇ ਨੇ। ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਿਹੜੀ ਚਾਬੀ ਆ ਜਿਹੜੀਆਂ ਜਨਤਾ ਦਲ ਐਸ ਜਾਂ ਕੁਝ ਹੋਰ ਪਾਰਟੀਆਂ ਨੇ ਉਹਨਾਂ ਦੇ ਹੱਥ ਵਿੱਚ ਆ ਜਾਏ, ਜੇਕਰ ਸਪਸ਼ਟ ਬਹੁਮਤ ਕਿਸੇ ਨੂੰ ਨਹੀਂ ਮਿਲਦਾ। ਕਿਉਂਕਿ 113 ਜਾਂ ਦਾ ਵੀ ਅੰਕੜਾ ਜਿਹੜਾ ਚਾਹੀਦਾ, ਉਸ ਅੰਕੜੇ ਤੱਕ ਕਾਂਗਰਸ ਨੂੰ ਪਹੁੰਚਣ ਵਾਸਤੇ ਐਗਜ਼ਿਟ ਪੋਲ ਦੱਸਦਾ ਰਹੇ ਆ, ਪਰ ਉੱਥੋਂ ਤੱਕ ਹੀ ਦੱਸ ਰਹੇ ਆ ਕਿ ਜਿੱਥੋਂ ਤੱਕ ਮਹਾਂ ਜਾ ਕੇ ਧੂਕ ਸੀਟ ਕੇ ਉੱਥੋਂ 117 ਤੱਕ ਪਹੁੰਚਿਆ ਜਾਵੇ। ਸਪਸ਼ਟ ਬਹੁਮਤ ਜਿਹੜਾ ਆ ਉੱਥੇ ਉਹ ਨਜ਼ਰੀ ਨਹੀਂ ਆ ਰਿਹਾ, ਪਰ ਫਿਰ ਵੀ ਐਗਜ਼ਿਟ ਪੋਲ ਜਿਹੜੇ ਨੇ ਉਹ ਕਾਂਗਰਸ ਦੀ ਸਰਕਾਰ ਬਣਾਉਂਦੇ ਨਜ਼ਰ ਆ ਰਹੇ ਨੇ। ਬਾਕੀ ਐਗਜ਼ਿਟ ਪੋਲਾਂ ਦੇ ਜ਼ਰੂਰੀ ਨਹੀਂ ਕਿ ਐਗਜ਼ਿਟ ਪੋਲ ਹਮੇਸ਼ਾ ਸੱਚੇ ਹੋਣ, ਕਈ ਵਾਰੀ ਬਹੁਤ ਕੁਝ ਐਗਜ਼ਿਟ ਪੋਲਾਂ ਦੇ ਉਲਟ ਹੁੰਦਾ। ਅਸਲ ਤਸਵੀਰ ਜਿਹੜੀ ਹੈ ਸੁਖਵਿੰਦਰ ਜੀ ਉਹ 13 ਮਈ ਨੂੰ ਸਾਹਮਣੇ ਆਵੇਗੀ। ਤੇ ਜੇਕਰ ਹੁਣ ਅਸੀਂ ਪੰਜਾਬ ਦੀ ਜਲੰਧਰ ਦੀ ਜਿਮਨੀ ਚੋਣ ਦੀ ਗੱਲ ਕਰੀਏ ਸੁਖਵਿੰਦਰ ਜੀ, ਹੁਣ ਤੱਕ ਜਿੰਨੀ ਵੀ ਚੋਣ ਉੱਥੇ ਹੋਈ ਆ ਉਹ 60% ਦੇ ਲਾਗੇ ਜਾ ਕੇ 60% ਹੁੰਦੀ ਰਹੀ ਹੈ ਵੋਟਿੰਗ। ਪਰ ਐਰਕਾ ਜਿਹੜਾ ਵੋਟਿੰਗ ਦਾ ਟ੍ਰੈਂਡ ਜਿਹੜਾ ਨਜ਼ਰ ਆਇਆ ਉਹ ਕੇਵਲ ਤੇ ਕੇਵਲ 52-53% ਤੱਕ ਹੀ ਨਜ਼ਰ ਆਇਆ। ਭਾਵ ਲੋਕਾਂ ਨੇ ਇਹਦੇ ਵਿੱਚ ਜ਼ਿਆਦਾ ਆਪਣਾ ਅਸੀਂ ਕਹਿ ਸਕਦੇ ਹਾਂ ਕਿ ਹਿੱਸਾ ਨਹੀਂ ਲਿਆ, ਲੋਕਾਂ ਨੇ ਜ਼ਿਆਦਾ ਇੰਟਰਸਟ ਨਹੀਂ ਲਿਆ, ਉਤਸ਼ਾਹ ਜਿਹੜਾ ਦਿਖਾਇਆ ਨਹੀਂ। 53% ਜਿਹੜੀ ਵੋਟਿੰਗ ਹੋਈ ਹੈ, 46% ਜਿਹੜੇ ਲੋਕ ਨੇ ਉਹਨਾਂ ਨੇ ਵੋਟਾਂ ਪਾਈਆਂ ਨਹੀਂ, ਯਾਨੀ ਲਗਭਗ ਅੱਧੇ ਲੋਕ ਸਾਰੀਆਂ ਪਾਰਟੀਆਂ ਨੂੰ ਨਕਾਰ ਚੁੱਕੇ ਆ। ਸਾਰੀਆਂ ਪਾਰਟੀਆਂ ਨੂੰ ਜਿਹੜਾ ਉਹ ਇਹ ਗੱਲ ਮਤਲਬ ਕਹਿ ਦਈਏ ਕਿ ਉਹਨਾਂ ਦੀਆਂ ਉਮੀਦਾਂ ਟੁੱਟ ਚੁੱਕੀਆਂ। ਸਾਰੀਆਂ ਪਾਰਟੀਆਂ ਦੇ ਲੀਡਰਾਂ ਤੋਂ ਜਿਹੜੇ ਉਹ ਦੁਖੀ ਹੈਗੇ ਆ। ਤੁਸੀਂ ਦੇਖੋ ਕਿ ਵਿਧਾਨ ਸਭਾ ਚੋਣਾਂ ਦੇ ਵਿੱਚ ਕਿੰਨੇ ਉਤਸ਼ਾਹ ਦੇ ਨਾਲ ਲੋਕਾਂ ਨੇ ਵੋਟਾਂ ਪਾਈਆਂ। ਹਲੇ ਸਾਲ ਕੀ ਹੋਇਆ ਤੇ ਹੁਣੇ ਲੋਕ ਜਿਹੜੇ ਆ ਸਾਰੀਆਂ ਪਾਰਟੀਆਂ ਤੋਂ ਅੱਕ ਚੁੱਕੇ ਆ, ਖਾਸ ਕਰਕੇ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ। ਤਾਂ 46% ਵੋਟਰਾਂ ਦਾ ਵੋਟ ਲਈ ਨਾ ਆਉਣਾ ਅਨਸਰ ਕੋਈ ਛੋਟੀ ਗੱਲ ਨਹੀਂ ਹੈ। ਲਗਭਗ ਅੱਧੇ ਲੋਕ ਨਹੀਂ ਆਏ। ਸੁਖਵਿੰਦਰ ਜੀ ਬਿਲਕੁਲ ਤੁਸੀਂ ਇਹ ਬੜੀ ਵਧੀਆ ਗੱਲ ਕੀਤੀ ਕਿ ਸਾਰੀਆਂ ਪਾਰਟੀਆਂ ਤੋਂ ਲੋਕ ਜਿਹੜੇ ਬੇਮੁਖ ਹੋਏ ਨਜ਼ਰ ਜਿਹੜੇ ਆਏ ਨੇ, ਤੇ ਸ਼ਾਇਦ ਇਹੋ ਹੀ ਕਾਰਨ ਆ ਆਮ ਆਦਮੀ ਪਾਰਟੀ ਵੀ ਬੇਮੁਖਤਾ ਦੇ ਸ਼ਿਕਾਰ ਜਿਹੜੀ ਉਹ ਨਜ਼ਰ ਹੋਈ ਹੈ। ਤੇ ਸ਼ਾਇਦ ਇਹੋ ਹੀ ਕਾਰਨ ਆ ਕਿ ਜਦੋਂ ਫੀਸਦੀ ਘਟ ਰਹੀ ਸੀ ਤੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਹੋਣਾ ਨੇ 2 ਜਾਂ 3 ਵਾਰੀ ਟਵੀਟ ਕਰ ਕਰਕੇ ਲੋਕਾਂ ਨੂੰ ਇਹ ਸੱਦਾ ਦਿੱਤਾ ਕਿ ਘਰਾਂ ਚੋਂ ਬਾਹਰ ਆਓ ਤੇ ਆਣ ਕੇ ਵੋਟਾਂ ਪਾਓ। ਪਰ ਲੋਕ ਜਿਹੜੇ ਨੇ 46% ਜੇਕਰ ਲੋਕ ਨਹੀਂ ਹੁੰਦੇ ਤਾਂ ਕੁਦਰਤੀ ਤੌਰ ਤੇ ਇੱਕ ਬੜਾ ਵੱਡਾ ਝਟਕਾ ਆ ਸਾਰੀਆਂ ਪਾਰਟੀਆਂ ਵਾਸਤੇ, ਕਿਸੇ ਇੱਕ ਪਾਰਟੀ ਵਾਸਤੇ ਨਹੀਂ, ਸਾਰੀਆਂ ਪਾਰਟੀਆਂ ਵਾਸਤੇ। ਇਹ ਬੇਮੁਖਤਾ ਦਾ ਕਾਰਨ ਸੁਖਵਿੰਦਰ ਜੀ ਬੜੇ ਕਾਰਨ ਨੇ ਕਿ ਲੋਕਾਂ 'ਚ ਉਤਸ਼ਾਹ, ਹਾਲਾਂਕਿ ਹਰ ਪਾਰਟੀ ਦੇ ਜਿਹੜੇ ਪ੍ਰਚਾਰਕ ਸੀ, ਚਾਹੇ ਉਹ ਭਗਵੰਤ ਮਾਨ ਹੋਣੀ ਹੋਣ, ਚਾਹੇ ਅਰਵਿੰਦ ਕੇਜਰੀਵਾਲ ਹੋਣ, ਚਾਹੇ ਆਪਣੇ ਕਾਂਗਰਸ ਦੇ ਹੋਣ, ਚਾਹੇ ਅਕਾਲੀ ਦਲ ਦੇ ਹੋਣ, ਸਾਰਿਆਂ ਨੇ ਨੇਤਾ ਨੇ ਸਾਰਿਆਂ ਨੇ ਜ਼ੋਰ ਜਿਹੜਾ ਅੱਡੀ ਚੋਟੀ ਦਾ ਜ਼ੋਰ ਜਿਹੜਾ ਲਾਇਆ। ਤੇ ਅੱਜ ਤੱਕ ਸੁਖਵਿੰਦਰ ਜੀ ਕਦੇ ਇਹੋ ਜਿਹੀ ਜਿਮਨੀ ਚੋਣ ਮਾਫ ਕਰਦੇ ਇਹੋ ਜਿਹੀ ਲੋਕ ਸਭਾ ਦੀ ਚੋਣ ਵਿੱਚ ਇਹੋ ਜਿਹਾ ਜ਼ੋਰ ਲੱਗਦਾ ਦਿਖਾਈ ਨਹੀਂ ਦਿੱਤਾ। ਪਰ ਇਸ ਜਿਮਨੀ ਚੋਣ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਆ ਹਰ ਪਾਰਟੀ ਨੇ ਅੱਡੀ ਚੋਟੀ ਦੇ ਜ਼ੋਰ ਤੱਕ ਲਾ ਕੇ ਉਹਨਾਂ ਨੇ ਕੀਤਾ। ਪਰ ਦੂਜੇ ਪਾਸੇ ਲੋਕਾਂ ਦਾ ਉਤਸ਼ਾਹ ਬਿਲਕੁਲ ਮੱਠਾ ਜਿਹੜਾ ਦਿਖਾਈ ਦਿੱਤਾ। ਇਸ ਦੇ ਬੜੇ ਜਿਹੜੇ ਕਾਰਨ ਨੇ, ਜੇਕਰ ਕਾਰਨ ਤੇ ਸ਼ਾਇਦ ਇਹੋ ਹੀ ਕਾਰਨ ਆ ਜਿਹੜੀ 53% ਵੋਟਿੰਗ ਜਿਹੜੀ ਹੋਈ ਹੈ, ਸ਼ਾਇਦ ਇਹੋ ਹੀ ਕਾਰਨ ਆ ਕਿ ਹਰ ਪਾਰਟੀ ਨੂੰ ਉੱਥੇ ਪਿੱਛੂ ਪਏ ਨੇ ਆਪਣੀ ਇਸ ਜਿੱਤ ਨੂੰ ਲੈ ਕੇ। ਹਰ ਪਾਰਟੀ ਅੰਦਰੋਂ ਅੰਦਰੀ ਫਿਕਰਮੰਦ ਆ। ਹੁਣ ਸਭ ਤੋਂ ਪਹਿਲਾਂ ਜੇਕਰ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਜਿਸ ਤਰੀਕੇ ਨਾਲ 53% ਵੋਟਾਂ ਹੋਈ ਪਈਆਂ ਨੇ ਇਸ ਵੇਲੇ, ਤਾਂ ਮੁੱਖ ਮੰਤਰੀ ਸਾਹਿਬ ਨੂੰ 3 ਵਾਰੀ ਟਵੀਟ ਜਿਹੜਾ ਕੱਲ ਇੱਕ ਦਿਨ 'ਚ ਕਰਨਾ ਪਿਆ ਕਿ ਲੋਕੀ ਘਰਾਂ ਤੋਂ ਬਾਹਰ ਨਿਕਲ ਵੋਟਾਂ ਪਾਉਣ।
ਪਰ ਜਿਹੜੇ ਲੋਕ ਉਤਸ਼ਾਹ ਨਹੀਂ ਆਇਆ ਤਾਂ ਇਸ ਦਾ ਕਾਰਨ ਇਹ ਚੀਜ਼ ਜਿਹੜੀ ਆ ਆਮ ਆਦਮੀ ਪਾਰਟੀ ਨੂੰ ਬੜੀ ਖੁਸ਼ ਮਤਲਬ ਤੰਗ ਕਰ ਰਹੀ ਹੈ, ਪਰੇਸ਼ਾਨ ਕਰ ਰਹੀ ਆ, ਕਿਉਂਕਿ ਇਹ ਟ੍ਰੈਂਡ ਹੈ ਕਿ ਜੇਕਰ VOTING ਜ਼ਿਆਦਾ ਹੁੰਦੀ ਆ ਤਾਂ ਕੁਦਰਤੀ ਤੌਰ ਤੇ ਫਿਰ ਉਹ ਉਸ ਧਿਰ ਨੂੰ ਜਾਂਦੀ ਹੈ ਕਿ ਜਿਹੜੀ ਧਿਰ ਜਿਹੜੀ ਸੱਤਾ ਦੇ ਵਿੱਚ ਹੁੰਦੀ ਹੈ, ਪਰ ਉਹ ਉਲਟ ਗਿਆ। ਕੋਈ ਵੀ ਬੰਦੇ ਨੇ ਵੋਟ ਜਿਹੜੀ ਆ ਉਹ ਨਹੀਂ ਪਾਈ, ਜਾਂ ਫੀਸਦੀ 60% ਤੋਂ 54% ਤੱਕ ਮੁੱਦਾ ਆ ਗਿਆ, ਤੇ ਜਿਸ ਕਾਰਨ ਜਿਹੜੀ ਆ ਆਮ ਆਦਮੀ ਪਾਰਟੀ ਦੇ ਵਿੱਚ ਘਬਰਾਹਟ ਦੀ ਜਿਹੜੀ ਸਥਿਤੀ ਹੈ ਸੁਖਵਿੰਦਰ ਜੀ ਉਹ ਪਾਈ ਜਾ ਰਹੀ ਹੈ। ਉਸ ਦੇ ਦੋ ਤਿੰਨ ਜਿਹੜੇ ਕਾਰਨ ਬੜੇ ਮਹੱਤਵਪੂਰਨ ਕਾਰਨ ਜਿਹੜੇ ਆਮ ਆਦਮੀ ਪਾਰਟੀ ਨੂੰ ਸੋਚਣ ਵਾਸਤੇ ਮਜਬੂਰ ਕੀਤੇ ਨੇ, ਜਾਂ ਜਿਨ੍ਹਾਂ ਦੇ ਪੈਰੋਂ ਆਮ ਆਦਮੀ ਪਾਰਟੀ ਦੇ ਪੈਰੋਂ ਤੋਂ ਜ਼ਮੀਨ ਜਿਹੜੀ ਖਿਸਕਦੀ ਨਜ਼ਰ ਆ ਰਹੀ ਹੈ। ਕਾਰਨ ਸਭ ਤੋਂ ਵੱਡਾ ਕਾਰਨ ਤੇ ਇਹ ਆ ਕਿ ਇੱਕ ਤਾਂ ਜਿਹੜੀਆਂ ਮਹਿਲਾਵਾਂ ਐਰਕਾਂ ਉਹ ਉਤਸ਼ਾਹ ਨਹੀਂ ਵਿਖਾਈ ਦਿੱਤਾ ਜਿਹੜਾ 2022 ਦੀਆਂ ਚੋਣਾਂ ਦੇ ਵਿੱਚ ਸੀ, ਕਿਉਂਕਿ ਸਰਕਾਰ ਆਮ ਆਦਮੀ ਪਾਰਟੀ ਨੇ ਇਹ ਔਰਤਾਂ ਨਾਲ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਸਾਰੀ 18 ਸਾਲ ਦੀ ਉੱਪਰ ਦੀਆਂ ਔਰਤਾਂ ਨੂੰ 1000 ਰੁਪਇਆ ਮਹੀਨਾ ਦੇਣਾ ਜਿਹੜਾ ਅਸੀਂ ਸ਼ੁਰੂ ਕਰ ਦਾਂਗੇ। ਹੁਣ 1.5 ਸਾਲ ਬੀਤ ਚੱਲਿਆ, ਪਰ ਕਿਸੇ ਨੇ ਵੀ ਉਸ ਗਰੰਟੀ ਵੱਲ ਆਮ ਆਦਮੀ ਪਾਰਟੀ ਨੇ ਉਸ ਗਰੰਟੀ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਇਸ ਕਰਕੇ ਜਿਹੜੀਆਂ ਮਹਿਲਾਵਾਂ ਨੇ ਐਰਕਾਂ ਤੁਸੀਂ ਦੇਖਿਆ ਕਿ ਉਹ VOTING ਤੋਂ ਦੂਰ ਰਹੀਆਂ। ਦੂਜੇ ਪਾਸੇ ਜਿਹੜੇ ਯੂਥ ਵੀ ਟ੍ਰੈਂਡ, ਕਿਉਂਕਿ ਨੌਜਵਾਨਾਂ ਨੇ ਪਿਛਲੀ 2022 ਦੀਆਂ ਚੋਣਾਂ 'ਚ ਆਮ ਆਦਮੀ ਪਾਰਟੀ ਉੱਤੇ ਇਹ ਵਿਸ਼ਵਾਸ ਕਰਕੇ ਵੋਟਾਂ ਪਾਈਆਂ ਸੀ, ਜਾਂ ਇਸ ਕਰਕੇ ਯੂਥ ਜਿਹੜਾ ਇਹਨਾਂ ਦੇ ਨਾਲ ਤੁਰਿਆ ਸੀ ਕਿ ਰਵਾਇਤੀ ਪਾਰਟੀਆਂ ਤੋਂ ਉਹ ਤੰਗ ਆ ਚੁੱਕਾ ਸੀ। ਇਹਨਾਂ ਨੇ ਆਉਂਦੇ ਭਗਵੰਤ ਮਾਨ ਉਹਨਾਂ ਨੇ ਕਿਹਾ ਕਿ ਜਦੋਂ ਮੇਰਾ ਹਰਾ ਪੈਨ ਚੱਲੇਗਾ ਨੌਕਰੀਆਂ ਦੇਵਾਂਗੇ, ਇਹ ਕਰਾਂਗੇ ਉਹ ਕਰਾਂਗੇ। ਕਿਸੇ ਦਾ ਵੀ ਸੁਖਵਿੰਦਰ ਜੀ ਉਹ ਨੌਕਰੀਆਂ ਨਾ ਤਾਂ ਅਜੇ ਤੱਕ ਨਿਕਲੀਆਂ ਤੇ ਨਾ ਕੋਈ ਜਿਹੜੇ ਇਹ ਨਿਯੁਕਤੀ ਪੱਤਰ ਦਿੱਤੇ ਜਾ ਰਹੇ ਆ ਇਹ ਕਾਂਗਰਸ ਪਾਰਟੀ ਦੇ ਸਮੇਂ ਦੀਆਂ ਨਿਯੁਕਤੀਆਂ ਦਿੱਤੀਆਂ ਜਾ ਰਹੀਆਂ ਨੇ। ਕੁਦਰਤੀ ਤੌਰ ਤੇ ਨੌਜਵਾਨ ਵਰਗ ਵੀ ਜਿਹੜਾ ਇਹਨਾਂ ਤੋਂ ਨਿਰਾਸ਼ ਹੋਇਆ। ਤੀਜਾ, ਸਿੱਧੂ ਮੂਸੇਵਾਲ ਦੇ ਮਾਂ-ਬਾਪ ਦਾ ਆਉਣਾ ਤੇ ਜਿਸ ਤਰੀਕੇ ਨਾਲ ਭਾਵੁਕਤਾ ਅਪੀਲ ਕਰਨੀ ਉਹ ਵੀ ਆਮ ਆਦਮੀ ਪਾਰਟੀ ਦੇ ਖਿਲਾਫ ਗਿਆ ਸੁਖਵਿੰਦਰ ਜੀ। ਇਹ ਵੀ ਗੱਲ ਲੋਕੀ ਉੱਥੇ ਮਹਿਸੂਸ ਕਰਦੇ ਆ ਕਿ ਇਸ ਤਰ੍ਹਾਂ ਨਹੀਂ ਸੀ ਹੋਣਾ ਚਾਹੀਦਾ। ਤੇ ਇਹਦੇ ਨਾਲ ਹੀ ਨਾਲ ਹੋਰ ਜਿਹੜੀਆਂ ਬੜੀਆਂ ਚੀਜ਼ਾਂ ਨੇ ਜਿਹੜੀਆਂ ਆਮ ਆਦਮੀ ਪਾਰਟੀ ਜਿਹੜੀ ਸਭ ਤੋਂ ਵੱਡੀ ਗੱਲ ਜਿਹੜੀ ਆ ਉਹ ਇਹ ਸੀਗੀ ਇਹਨਾਂ ਨੂੰ ਆਪਣਾ ਉਮੀਦਵਾਰ ਜਿਹੜਾ ਆਪਣੀ ਪਾਰਟੀ ਦੇ ਵਿੱਚੋਂ ਨਹੀਂ ਲੱਭਾ, ਜਿਸ ਕਰਕੇ ਕਾਂਗਰਸ ਤੋਂ ਹੀ ਇਹਨਾਂ ਨੂੰ ਹਾਈਜੈਕ ਜਿਹੜਾ ਕਰਕੇ ਆਪਣੇ ਚ ਲਿਆਉਣਾ ਪਿਆ। ਤੇ ਦੂਜੇ ਪਾਸੇ ਬੇਸ਼ੱਕ ਸ਼ੀਤਲ ਉਂਗਰਾਲ ਜਾਂ ਰਮਨ ਅਰੋੜਾ ਉੱਪਰੋਂ ਤਾਂ ਚੱਲ ਪਏ, ਪਰ ਅੰਦਰੋਂ ਅੰਦਰ ਹੀ ਕਹਿੰਦੇ ਉਹ ਵੀ ਨਾਲ ਨਹੀਂ ਜਿਹੜੇ ਚੱਲੇ। ਸੋ ਬੜੇ ਇਹੋ ਜਿਹੇ ਕਾਰਨ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਵਾਸਤੇ ਚਿੰਤਾਵਾਂ ਜਿਹੜੀਆਂ ਪੈਦਾ ਕਰ ਰਹੇ ਨੇ, ਤੇ ਆਮ ਆਦਮੀ ਪਾਰਟੀ ਆਪਣੀ ਇਸ ਸੀਟ ਦੇ ਪ੍ਰਤੀ ਸੋਚਣ ਵਾਸਤੇ ਇਸ ਵੇਲੇ ਫਿਕਰਮੰਦ ਜਿਹੜੀ ਹੈਗੀ ਆ। ਤੇ ਦੂਜੇ ਪਾਸੇ ਜੇਕਰ ਕਾਂਗਰਸ ਦੀ ਗੱਲ ਕਰ ਲਓ, ਕਾਂਗਰਸ ਪਾਰਟੀ ਨੇ ਵੀ ਬੜੇ ਵੱਡੇ ਪੱਧਰ ਤੇ ਪ੍ਰਚਾਰ ਕੀਤਾ। ਸਾਰੇ ਜਿਹੜੇ ਪੰਜਾਬ ਕਾਂਗਰਸ ਦੇ ਨੇਤਾ ਸਨ ਇੱਕ ਪਲੇਟਫਾਰਮ ਤੇ ਸੁਖਵਿੰਦਰ ਜੀ ਉਹ ਨਜ਼ਰ ਆਏ, ਪਰ ਇਸ ਸਭ ਦੇ ਬਾਵਜੂਦ VOTING ਜਿਹੜੀ ਘੱਟ ਹੋਈ ਇਹ ਵੀ ਜਿਹੜੀ ਕਾਂਗਰਸ ਪਾਰਟੀ ਨੂੰ ਚਿੰਤਾ ਲੈ ਕੇ ਜਿਹੜੀ ਉਹ ਬੈਠੀ ਆ, ਕਿਉਂਕਿ ਟ੍ਰੈਂਡ ਇਹੀ ਹੁੰਦਾ ਕਿ ਜੇਕਰ ਵੋਟਾਂ ਘੱਟ ਹੋਈਆਂ ਨੇ ਤਾਂ ਕਿਤੇ ਉਹੀ ਵੋਟਾਂ ਤਾਂ ਨਹੀਂ ਪਈਆਂ ਕਿ ਜਿਹੜੀਆਂ ਕਾਂਗਰਸ ਪਾਰਟੀ ਨਾਲ ਸੰਬੰਧਿਤ ਲੋਕ ਨੇ ਤਾਂ ਉਹੀ ਪਈਆਂ ਹੋਣ, ਤਾਂ ਉਹੀ ਵਰਕਰ, ਕਿਉਂਕਿ ਆਮ ਲੋਕਾਂ ਦਾ ਉਤਸ਼ਾਹ ਨਹੀਂ, ਤਾਂ ਕੁਝ ਜਿਹੜੇ ਵਰਕਰ ਪਾਰਟੀ ਨਾਲ ਜੁੜੇ ਹੁੰਦੇ ਪਾਰਟੀ ਪੱਧਰ ਤੇ ਉਹਨਾਂ ਨੇ ਵੋਟਾਂ ਪਾ ਦਿੱਤੀਆਂ। ਤਾਂ ਇਹੋ ਜਿਹੀ ਸਥਿਤੀ ਵੀ ਜਿਹੜੀ ਕਾਂਗਰਸ ਪਾਰਟੀ ਵਾਸਤੇ ਜਿਹੜੀ ਚਿੰਤਾ ਦਾ ਕਾਰਨ ਬਣੀ ਹੈ। ਤੇ ਦੂਜਾ, ਕਾਂਗਰਸ ਪਾਰਟੀ ਨੂੰ ਵੱਡੀ ਸੱਟ ਜਿਹੜੀ ਸੀ ਜਿਹੜਾ ਆਪ ਆਦਮੀ ਪਾਰਟੀ ਦਾ ਉਮੀਦਵਾਰ ਅਸ਼ਸ਼ੀਲ ਰਿੰਕੂ ਆਪ ਦੇ ਵਿੱਚ ਜਾਣ ਕਰਕੇ ਜਿਹੜੀ ਸੱਟ ਜਿਹੜੀ ਲੱਗੀ, ਕਿਉਂਕਿ ਕਾਫੀ ਵੱਡਾ ਉਸ ਬੰਦੇ ਦਾ ਆਧਾਰ ਜਿਹੜਾ ਆਪਣੇ ਹਲਕੇ 'ਚ ਹੈਗਾ, ਤਾਂ ਉਹ ਜਿਹੜਾ ਵੋਟ ਬੈਂਕ ਕੁਦਰਤੀ ਤੌਰ ਤੇ ਤਬਦੀਲ ਜੇਕਰ ਉਹ ਉੱਧਰ ਹੁੰਦਾ ਤਾਂ ਕਾਂਗਰਸ ਵਾਸਤੇ ਇਹ ਚਿੰਤਾ ਦਾ ਵਿਸ਼ਾ ਹੈਗਾ। ਤੀਸਰੀ ਗੱਲ ਜਿਹੜੀ ਹੈ ਕਰਦੀ ਆਪਾਂ ਭਾਰਤੀ ਜਨਤਾ ਪਾਰਟੀ ਦੀ। ਭਾਰਤੀ ਜਨਤਾ ਪਾਰਟੀ ਪਹਿਲੀ ਵਾਰੀ ਅਸੀਂ ਕਹਿ ਸਕਦੇ ਕਿ ਜਲੰਧਰ ਮਾਫ ਕਰ ਦਿਓ ਦੂਸਰੀ ਵਾਰ ਸੰਗਰੂਰ ਦੀ ਜਿਮਨੀ ਚੋਣ 'ਚ ਵੀ ਉਸਨੇ ਹਿੱਸਾ ਲਿਆ ਸੀ ਤੇ ਇਹਦੇ 'ਚ ਵੀ ਹਿੱਸਾ ਲਿਆ, ਪਰ ਜਿਸ ਤਰੀਕੇ ਨਾਲ ਉਹਨਾਂ ਨੂੰ ਆਸ ਸੀ ਕਿ ਸ਼ਹਿਰੀ ਵੋਟਰ ਉਹਨਾਂ ਦੇ ਨਾਲ ਚੱਲੂਗਾ, ਪਰ ਸ਼ਹਿਰਾਂ ਦੇ ਵਿੱਚ VOTING ਜਿਹੜੀ ਆ ਉਹ ਘੱਟ ਹੋਈ ਹੈ, ਇਹ ਵੀ ਉਸ ਨੂੰ ਲੈ ਕੇ ਚਿੰਤਾ ਦਾ ਵਿਸ਼ਾ ਹੈਗਾ। ਅਕਾਲੀ ਦਲ ਜੇਕਰ ਬਸਪਾ ਦੇ ਉਮੀਦਵਾਰ ਦੀ ਗੱਲ ਕਰੀਏ ਤਾਂ ਕੁਝ ਖੇਤਰਾਂ ਦੇ ਵਿੱਚ ਉਹਨਾਂ ਦੇ ਹੱਕ ਵਿੱਚ ਵੋਟਾਂ ਪਈਆਂ, ਕੁਝ ਹੱਕ ਦੇ ਵਿੱਚ ਏਰੀਏ ਦੇ ਵਿੱਚ ਉਹਨਾਂ ਦਾ ਜਿਹੜੀ ਸਥਿਤੀ ਉੱਦਾਂ ਦੀ ਨਹੀਂ ਰਹੀ ਜਿਸ ਤਰੀਕੇ ਦੀ ਉਹ ਚਾਹੁੰਦੇ ਸਨ। ਸੋ ਕਹਿਣ ਦਾ ਅਰਥ ਆ ਕਿ ਜਿਹੜਾ ਸਾਰੀਆਂ ਪਾਰਟੀਆਂ ਆਪੋ ਆਪਣੀ ਜਿੱਤ ਨੂੰ ਲੈ ਕੇ ਕੋਈ ਵੀ ਨਿਸ਼ਚੇ ਨਾਲ ਨਹੀਂ ਕਹਿ ਸਕਦੀਆਂ। ਹਾਲਾਂਕਿ ਹਰ ਪਾਰਟੀ ਦੇ ਨੇਤਾ ਨੇ ਇਹ ਗੱਲ ਕਹੀ ਕਿ ਜਿੱਤ ਸਾਡੀ ਪੱਕੀ ਹੈ, ਕਿਸੇ ਨੇ ਵੀ ਇੰਨੀ ਗੱਲ ਨਹੀਂ ਕਹੀ ਕਿ ਹਾਂ ਭਾਈ ਅਸੀਂ ਦੂਜੇ ਨੰਬਰ ਤੇ ਆ ਰਹੇ ਹਾਂ ਜਾਂ ਤੀਜੇ ਨੰਬਰ। ਹਰ ਬੰਦਾ ਇੰਨੀ ਗੱਲ ਹੀ ਕਹਿ ਰਿਹਾ ਕਿ ਜਿੱਤ ਸਾਡੀ ਪੱਕੀ ਹੈ, ਬਾਕੀ ਸਾਰੀਆਂ ਪਾਰਟੀਆਂ ਪਿੱਛੇ ਨੇ। ਈਵਨ ਕਿ ਨੀਰੂ ਸ਼ਟਰਾਵਾਲਾ ਵੀ ਜਿਹੜਾ ਉਮੀਦਵਾਰ ਆ ਉਹ ਵੀ ਆਪਣੀ ਜਿੱਤ ਦਾ ਦਾਅਵਾ ਕਰ ਰਿਹਾ ਕਿ ਹਾਂ ਵੀ ਜਿੱਤ ਮੇਰੀ ਹੋਣੀ ਹੈ। ਕਹਿਣ ਦਾ ਅਰਥ ਆ ਕਿ ਉੱਪਰੋਂ ਤਾਂ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਇੰਨੀ ਗੱਲ ਕਹੀ ਆ ਕਿ ਜਿੱਤ ਸਾਡੀ ਯਕੀਨੀ ਹੈ, ਚਾਹੇ ਉਹ ਕਾਂਗਰਸੀ ਹੋਣ, ਚਾਹੇ ਆਮ ਆਦਮੀ ਪਾਰਟੀ ਦੇ ਹੋਣ, ਚਾਹੇ ਭਾਰਤੀ ਜਨਤਾ ਪਾਰਟੀ ਦੇ ਹੋਣ, ਤੇ ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਹੋਣ, ਤੇ ਚਾਹੇ ਨੀਰੂ ਸ਼ਟਰਾਵਾਲਾ ਜਾਂ ਹੋਰ ਆਜ਼ਾਦ ਉਮੀਦਵਾਰ ਹੋਣ। ਪਰ ਅੰਦਰੋਂ ਅੰਦਰੀ ਸੁਖਵਿੰਦਰ ਜੀ ਸਾਰੇ ਜਿਹੜੇ ਕੰਬੇ ਆ, ਅੰਦਰੋਂ ਅੰਦਰੀ ਸਾਰਿਆਂ ਨੂੰ ਚਿੰਤਾਵਾਂ ਘੱਟ VOTING ਨੂੰ ਲੈ ਕੇ ਜਿਹੜੀਆਂ ਉਹ ਪਈਆਂ ਨੇ, ਤੇ ਇਸ ਕਰਕੇ ਜਿਹੜਾ ਅਸਲੀ ਸਥਿਤੀ ਹੈ ਸੁਖਵਿੰਦਰ ਜੀ ਉਹ 13 ਮਈ ਨੂੰ ਸਪਸ਼ਟ ਹੋਏਗੀ। ਹਾਲਾਂਕਿ ਇਹ ਮੰਨਿਆ ਜਾ ਰਿਹਾ ਕਿ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਕਿਤੇ ਟੱਕਰ ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਕਾਰ ਸੀ,
ਤੇ ਕਿਤੇ ਟੱਕਰ ਅਕਾਲੀ ਦਲ ਤੇ ਕਾਂਗਰਸ ਦੇ ਵਿਚਕਾਰ ਸੀ, ਕਿਤੇ ਟੱਕਰ ਜਿਹੜੀ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਆਪ ਦੇ ਵਿਚਕਾਰ ਸੀ। ਸਥਿਤੀਆਂ ਜਿਹੜੀਆਂ ਨੇ ਇੱਕ ਸਾਰੇ ਵਿਧਾਨ ਸਭਾ ਲੋਕ ਸਭਾ ਹਲਕੇ 'ਚ ਇੱਕੋ ਜਿਹੀਆਂ ਜਿਹੜੀਆਂ ਨਹੀਂ ਰਹੀਆਂ। ਪਰ ਦੂਜੇ ਪਾਸੇ ਇਹ ਵੀ ਆਪਾਂ ਗੱਲ ਕਰ ਲਈਏ ਕਿ ਆਮ ਆਦਮੀ ਪਾਰਟੀ ਦੇ ਕਈ ਵਿਧਾਇਕ ਕੱਲ ਫੜੇ ਵੀ ਗਏ, ਟੰਗੇ ਵੀ ਗਏ, ਉਹਨਾਂ ਨੂੰ ਛੱਡਣਾ ਵੀ ਪਿਆ। ਤਾਂ ਆਮ ਆਦਮੀ ਪਾਰਟੀ ਦੀ ਕਿਰਕਰੀ ਵੀ ਹੋਈ ਕਿ ਜਦੋਂ ਤੁਹਾਨੂੰ ਪਤਾ ਕਿ ਜਦੋਂ ਵੋਟਿੰਗ ਪ੍ਰੋਸੈਸ ਚੋਣ ਪ੍ਰਕਿਰਿਆ ਚੱਲ ਰਹੀ ਹੈ, ਵੋਟਾਂ ਪੈ ਰਹੀਆਂ ਨੇ, ਤਾਂ ਫਿਰ ਬਾਹਰਲਾ ਬੰਦਾ ਉਸ ਲੋਕ ਸਭਾ ਹਲਕੇ 'ਚ ਜਾਂ ਉਸ ਵਿਧਾਨ ਸਭਾ ਹਲਕੇ 'ਚ ਨਹੀਂ ਆ ਸਕਦਾ। ਹੁਣ ਇਹ ਵੀ ਪਤਾ ਲੱਗਿਆ ਬਾਬਾ ਬਕਾਲੇ ਦਾ ਜਿਹੜਾ ਵਿਧਾਇਕ ਦਲਬੀਰ ਸਿੰਘ ਟਾਊ ਆ, ਉੱਥੇ ਉਹ ਸ਼ਾਹਕੋਟ ਹਲਕੇ 'ਚ ਤੁਰ ਫਿਰ ਰਹੇ ਸੀ, ਪੁਲਿਸ ਨੇ ਜਦੋਂ ਫਿਰ ਫੜਿਆ ਕਹਿੰਦਾ ਜੀ ਮੈਨੂੰ ਪਤਾ ਹੀ ਨਹੀਂ। ਇੱਕ ਵਿਧਾਇਕ ਹੋਰ ਸੀ ਕਹਿੰਦਾ ਜੀ ਮੈਂ ਕਿਤੇ ਕੱਲੇ ਇੱਕ ਨਹੀਂ ਸੀ, ਗੁਰਪ੍ਰੀਤ ਗੋਗੀ ਸੀ, ਲੁਧਿਆਣੇ ਅਜੇ ਗੁਪਤਾ ਸੀ, ਅਮੋਲਕ ਸਿੰਘ ਸੀ, ਤੁਸੀਂ ਦੇਖ ਲਓ ਜਿਹਨਾਂ ਨੇ ਤੁਸੀਂ ਨਾਂ ਲੈ ਰਹੇ ਹੋ ਉਹ ਸੀ, ਭੋਲਾ ਗਰੇਵਾਲ ਸੀ। ਮਤਲਬ ਇਹੋ ਜਿਹੇ ਬਹਾਨੇ ਲਾਏ ਜਾ ਰਹੇ ਸੀ, ਕਿਸੇ ਤੋਂ ਮੰਗਣੀ ਤੇ ਆਇਆ ਫਿਰਦੇ ਮੋਟਰਸਾਈਕਲ ਤੇ ਸੀ। ਬਿਲਕੁਲ ਇਹ ਵੀ ਕਿ ਇੱਕ ਵੀਡੀਓ ਆਪਣੇ ਮੋਟਰਸਾਈਕਲ ਤੇ ਭੱਜਾ ਇੱਕ ਵਿਧਾਇਕ ਦਿਖਾਈ ਦਿੱਤਾ ਜਿਹੜਾ ਕਹਿੰਦਾ ਜੀ ਮੀਟਿੰਗ ਕਰਨ ਆਇਆ ਸਾ ਅਤੇ ਮਾਪਰ ਦਾ ਕਿਸੇ ਆਪਣੇ ਨਿੱਜੀ ਸਮਾਗਮ 'ਚ ਆਇਆ ਸਾ। ਦੋ ਇਹੋ ਜਿਹੇ ਵਰਕਰ ਜਿਹੜੇ ਦੋ ਵਰਕਰ ਇਹੋ ਜਿਹੇ ਫੜੇ ਗਏ ਜਿਹੜੇ ਬਠਿੰਡੇ ਤੋਂ ਆਏ ਸੀ, ਕਹਿੰਦੇ ਅਸੀਂ ਬੀਜ ਲੈਣ ਆਏ ਇੱਥੇ। ਸੋ ਬੜਾ ਕੁਝ ਇਦਾਂ ਦਾ ਸੀ ਕਿ ਜਿਹੜਾ ਆਮ ਆਦਮੀ ਪਾਰਟੀ ਦੇ ਕੱਲ੍ਹ ਦੇ ਮਾਹੌਲ ਦੇ ਵਿੱਚ ਵੀ ਖਿਲਾਫ ਜਿਹੜਾ ਗਿਆ। ਔਰ ਜ਼ਿਆਦਾਤਰ ਝੜਪਾਂ ਜਿਹੜੀਆਂ ਇਹਨਾਂ ਵਰਕਰਾਂ ਜਾਂ ਇਹਨਾਂ ਵਿਧਾਇਕਾਂ ਦੇ ਨਾਲ ਹੀ ਦੂਜੀਆਂ ਪਾਰਟੀਆਂ ਦੀਆਂ ਹੋਈਆਂ ਨੇ ਕਿ ਜਦੋਂ ਬਾਹਰਲੇ ਬੰਦੇ ਦਖਲ ਅੰਦਾਜ਼ੀ ਕਰਦੇ ਨੇ। ਖੈਰ ਇਹ ਚੋਣ ਪ੍ਰਕਿਰਿਆ ਦਾ ਸੁਖਵਿੰਦਰ ਜੀ ਹਿੱਸਾ ਹੁੰਦਾ, ਵੋਟਾਂ ਜਦੋਂ ਪੈਂਦੇ ਨੇ ਇਹੋ ਜਿਹਾ ਕੰਮ ਹੁੰਦਾ। ਪਰ ਜਦੋਂ ਇਹੋ ਜਿਹੇ ਵਿਧਾਇਕ ਜ਼ਿੰਮੇਵਾਰ ਵਿਧਾਇਕ ਜਿਹੜੇ ਇਹੋ ਜਿਹੇ ਇਲਾਕਿਆਂ 'ਚ ਫਿਰਨ ਤਾਂ ਫਿਰ ਉਹਨਾਂ ਦੀ ਸਮਝ ਤੇ ਵੀ ਪ੍ਰਸ਼ਨ ਚਿੰਨ੍ਹ ਜ਼ਰੂਰ ਲੱਗਦਾ ਕਿ ਸ਼ਾਇਦ ਉਹਨਾਂ ਨੂੰ ਫਿਰ ਇਸ ਗੱਲ ਦਾ ਅਜੇ ਪਤਾ ਹੀ ਨਹੀਂ, ਤੇ ਜੇ ਫਿਰ ਪਤਾ ਨਹੀਂ ਤਾਂ ਫਿਰ ਸ਼ਾਇਦ ਉਹ ਫਿਰ ਆਪਣੀ ਵਿਧਾਇਕ ਦੇ ਪੂਰਨ ਫਰਜ਼ਾਂ ਤੋਂ ਵੀ ਉਹ ਸ਼ਾਇਦ ਜਾਣੂ ਨਹੀਂ ਹੈਗੇ। ਕਿਉਂਕਿ ਜਦੋਂ ਚੋਣਾਂ ਹੁੰਦੀਆਂ ਨੇ ਤਾਂ ਫਿਰ ਉਹ ਵਿਧਾਇਕ ਜਿਹੜਾ ਉਸ ਹਲਕੇ ਦਾ ਦੂਜੇ ਹਲਕਿਆਂ 'ਚ ਉਹ ਨਹੀਂ ਜਾ ਸਕਦੇ, ਉਹਨਾਂ ਨੂੰ ਆਪੋ ਆਪਣੇ ਹਲਕਿਆਂ ਦੇ ਵਿੱਚ 24 ਘੰਟੇ ਜਾਂ 48 ਘੰਟੇ ਪਹਿਲਾਂ ਹਲਕੇ ਉਹ ਛੱਡਣੇ ਪੈਂਦੇ ਆ। ਤਾਂ ਜੇਕਰ ਅਜਿਹੀ ਗੱਲ ਜਾਣਕਾਰੀ ਨਹੀਂ ਹੈਗੀ ਤਾਂ ਇਹਨਾਂ ਵਿਧਾਇਕਾਂ ਉੱਤੇ ਵੀ ਫਿਰ ਤਰਸ ਕਰਨਾ ਜ਼ਰੂਰ ਬਣਦਾ। ਇਹਨਾਂ ਨੂੰ ਜ਼ਰੂਰ ਕਰਤਾਰ ਸਿੰਘ ਸੰਧਵਾ ਹੋਣਾ ਨੂੰ ਜਿਹੜੀ ਆ ਵਿਸ਼ੇਸ਼ ਟ੍ਰੇਨਿੰਗ ਜਿਹੜੀ ਆ ਉਹ ਦੇਣੀ ਚਾਹੀਦੀ ਹੈ। ਤਾਂ ਕਹਿਣ ਦਾ ਅਰਥ ਆ ਕਿ ਜਲੰਧਰ ਦੀ ਜਿਹੜੀ ਜ਼ਿਮਨੀ ਚੋਣ ਦਾ ਜੇਕਰ ਐਗਜ਼ਿਟ ਪੋਲ ਦੇ ਅਨੁਸਾਰ ਗੱਲ ਕਰੀਏ ਤਾਂ ਸੁਖਵਿੰਦਰ ਜੀ ਕੋਈ ਵੀ ਪਾਰਟੀ ਆਪਣੀ ਜਿੱਤ ਨੂੰ ਲੈ ਕੇ ਅੰਦਰੋਂ ਸੰਤੁਸ਼ਟ ਨਹੀਂ ਹੈਗੀ। ਕਿਸੇ ਨੂੰ ਵੀ ਇੰਨੀ ਗੱਲ ਨਹੀਂ ਕਹੀ ਜਾ ਸਕਦੀ ਕਿ ਹਾਂ ਭਈ ਜਿੱਤ ਸਾਡੀ ਯਕੀਨਨ ਹੈਗੀ ਆ। ਹਾਲਾਂਕਿ ਸਾਰੀਆਂ ਪਾਰਟੀਆਂ ਦੇ ਨੇਤਾਵਾਂ ਨੇ ਇਹ ਦਾਅਵਾ ਜ਼ਰੂਰ ਕੀਤਾ ਕਿ ਹਾਂ ਭਈ ਅਸੀਂ ਜਿੱਤਾਂਗੇ, ਪਰ ਜਿਹੜੀ ਵੋਟਿੰਗ ਟ੍ਰੈਂਡ ਜਿਹੜਾ ਉਹ ਘਟਿਆ, ਉਸ ਕਰਕੇ ਸਾਰਿਆਂ ਨੇ ਦੰਦਾਂ ਦੇ ਹੱਥਾਂ 'ਚ ਜ਼ਬਾਨ ਜਿਹੜੀ ਆ ਜ਼ਰੂਰ ਨਾਪੜੀ ਆ। ਅੰਦਰੋਂ ਅੰਦਰੀ ਚਿੰਤਾਵਾਂ ਜਿਹੜੀਆਂ ਸੁਖਵਿੰਦਰ ਜੀ ਜ਼ਰੂਰ ਨੇ। ਹੁਣ ਸਾਰਿਆਂ ਦੀ ਨਜ਼ਰਾਂ 13 ਤਰੀਕ ਤੇ ਟਿਕੀਆਂ ਰਹਿਣਗੀਆਂ ਕਿ ਨਤੀਜੇ ਉਥੋਂ ਕੀ ਆਉਂਦੇ ਨੇ। ਬਿਲਕੁਲ ਬਿਲਕੁਲ, ਚਲੋ ਦੇਖਦੇ ਹਾਂ ਕਿ 13 ਤਰੀਕ ਨੂੰ ਨਤੀਜੇ ਜਿਹੜੇ ਕੀ ਰਹਿੰਦੇ ਆ। ਪਰ ਲੱਗਦਾ ਕਿ ਨਤੀਜੇ ਜਿਹੜੇ ਆ ਉਹ ਜਿਹੋ ਜਿਹੇ ਪੰਜਾਬ ਦੇ ਵਿੱਚ ਆਸਾਂ ਸੀਗੀਆਂ ਉਸ ਆਸਾਂ ਤੋਂ ਉਲਟਾਉਣਗੇ। ਚਲੋ ਗੱਲਬਾਤ ਅੱਗੇ ਕਰ ਲੈਂਦੇ ਹਾਂ। ਸਾਹਿਬ, ਬੜੀ ਮੰਦਭਾਗੀ ਗੱਲ ਹੈ ਕਿ ਅੰਮ੍ਰਿਤਸਰ ਸਾਹਿਬ ਦੇ ਵਿੱਚ ਦਰਬਾਰ ਸਾਹਿਬ ਦੇ ਕੋਲ 5ਵੇਂ ਦਿਨ ਲਗਾਤਾਰ ਤੀਜਾ ਜਿਹੜਾ ਧਮਾਕਾ ਹੋ ਗਿਆ ਹੈ। ਪੁਲਿਸ ਜਾਂਚ ਵੀ ਕਰ ਰਹੀ ਹੈ, ਕੁਝ ਹੱਥ ਪੱਲੇ ਪੈ ਨਹੀਂ ਰਿਹਾ। ਕਿਵੇਂ ਦੇਖਦੇ ਹੋ ਸਾਹਿਬ? ਸੁਖਵਿੰਦਰ ਜੀ ਬਹੁਤ ਮੰਦਭਾਗੀ ਘਟਨਾ ਕਿ ਪਹਿਲੇ 2 ਦਿਨ ਅਟੈਕ ਬੰਬ ਧਮਾਕੇ ਹੁੰਦੇ ਨੇ ਤੇ ਉਦੋਂ ਅਖਬਾਰ ਦੇ ਵਿੱਚ ਹੀ ਲਿਖ ਦਿੱਤਾ ਗਿਆ ਸੀ ਕੁਝ ਖਬਰਾਂ ਕਿ ਸ਼ਾਇਦ ਤੀਜਾ ਧਮਾਕਾ ਵੀ ਹੋ ਸਕਦਾ। ਪੁਲਿਸ ਨੇ ਜਿਸ ਤਰ੍ਹਾਂ ਕਿ ਉਹ ਤੀਜਾ ਧਮਾਕਾ ਰਾਤੀ 12:05 ਤੇ ਜਿਹੜਾ ਉਹ ਹੁੰਦਾ ਹੈਗਾ, ਤੇ ਪੁਲਿਸ ਦੇ ਅਧਿਕਾਰੀ ਨੌ ਨਿਹਾਲ ਸਿੰਘ ਹੁਣੀ ਜਾਂ ਹੋਰ ਸਾਰੇ ਬੰਦੇ ਮੌਕੇ ਤੇ ਪਹੁੰਚਦੇ ਆ। ਤੇ ਇਹ ਵੀ ਪਤਾ ਲੱਗਾ ਸੁਖਵਿੰਦਰ ਜਿਹੜੀ ਲੇਟੈਸਟ ਅਪਡੇਟ ਆ ਕਿ ਜਿਹੜੀ ਗੁਰੂ ਰਾਮਦਾਸ ਸਰਾਂ ਆ ਉਹ ਵੀ ਖਾਲੀ ਜਿਹੜੀ ਕਰਾ ਲਈ ਗਈ ਹੈ। ਹੁਣ ਪੁਲਿਸ ਬੜੀਆਂ ਥਿਊਰੀਆਂ ਤੇ ਜਿਹੜਾ ਕੰਮ ਕਰ ਰਹੀ ਹੈ। ਇੱਕ ਪਾਸੇ ਤਾਂ ਇਸ ਨੂੰ ਸ਼ਰਾਰਤੀ ਅਨਸਰਾਂ ਦੀ ਕੋਈ ਚਾਲ ਦੱਸਿਆ ਜਾ ਰਿਹਾ, ਕੁਝ ਡੀਜੀਪੀ ਸਾਹਿਬ ਜਿਹੜੇ ਨੇ ਇਸ ਨੂੰ ਅੱਤਵਾਦੀ ਘਟਨਾਵਾਂ ਦੇ ਨਾਲ ਵੀ ਜੋੜ ਕੇ ਵੇਖ ਰਹੇ ਆ, ਤੇ ਕੁਝ ਨਿੱਜੀ ਲਾਗ ਡਾਟ ਦਾ ਮਸਲਾ ਵੀ ਸਮਝ ਰਹੇ ਆ। ਇਸ ਕਾਰਨ ਪੁਲਿਸ ਨੇ ਹੁਣ ਆਸੇ-ਪਾਸੇ ਤੇ ਜਿਹੜੇ ਸੀਸੀਟੀਵੀ ਆ ਕੈਮਰੇ ਜਿਹੜੇ ਪਿਛਲੀ ਕਈ ਵੀ ਗੱਲਾਂ ਆਈਆਂ ਸੀ ਕਿ ਉਹਨਾਂ ਪਹਿਲੇ 2 ਧਮਾਕਿਆਂ ਦੇ ਵਿੱਚੋਂ ਇੱਕ ਦੇ ਵਿੱਚ ਤਾਂ ਚਿਮਨੀ ਫਟੀ ਸੀ ਕਹਿੰਦੇ। ਸੁਖਵਿੰਦਰ ਜੀ ਚਿਮਨੀ ਜ਼ਰੂਰ ਫਟੀ ਸੀ, ਪਰ ਜਿਹੜੇ ਤੱਥ ਨੇ ਕੁਝ ਹੋਰ ਤਰੀਕੇ ਦੇ ਆ ਰਹੇ ਨੇ। ਵੱਖ-ਵੱਖ ਬਿਆਨ ਜਿਹੜੇ ਨੇ, ਅਲੱਗ-ਅਲੱਗ ਬਿਆਨ ਨੇ। ਪੁਲਿਸ ਕੁਝ ਥਿਊਰੀ ਦਿੰਦੀ ਆ, ਜਿਹੜੇ ਅੰਦਰਲੇ ਅਧਿਕਾਰੀ ਨੇ HPC ਦੇ ਉਹ ਕੁਝ ਦਿੰਦੇ ਨੇ। ਪਰ ਜੋ ਵੀ ਹੈਗਾ ਇੱਕ ਕਿਸਮ ਦਾ ਦਹਿਸ਼ਤ ਦਾ ਜਿਹੜਾ ਮਾਹੌਲ ਆ ਸੁਖਵਿੰਦਰ ਜੀ ਥੋੜਾ ਬਹੁਤਾ ਉੱਥੇ ਆਲੇ ਦੁਆਲੇ ਜ਼ਰੂਰ ਪਾਇਆ ਜਾ ਰਿਹਾ। ਮੈਂ ਅੱਗੇ ਗੱਲ ਕੀਤੀ ਕਿ ਕੁਝ ਤਾਂ DGP ਸਾਹਿਬ ਨੇ ਪਹਿਲਾਂ ਹੀ ਅੱਤਵਾਦੀ ਘਟਨਾ ਨਾਲ ਜੋੜ ਦਿੱਤਾ ਗਿਆ, ਦੂਜੇ ਪਾਸੇ ਸ਼ਰਾਰਤੀ ਅਨਸਰਾਂ ਦੀ ਗੱਲ ਕਹਿ ਦਿੱਤੀ ਗਈ। ਹੁਣ ਇੱਕ ਇਹੋ ਜਿਹਾ ਧਾਰਮਿਕ ਸਥਾਨ ਜਿੱਥੇ ਸਾਰੇ ਧਰਮਾਂ ਦੇ ਲੋਕ ਆਉਂਦੇ ਨੇ ਸੁਖਵਿੰਦਰ ਜੀ, ਉੱਥੇ ਕਿਸੇ ਸ਼ਰਾਰਤੀ ਅਨਸਰ ਨੇ ਇਹੋ ਜਿਹੀ ਘਟਨਾ ਕਰਕੇ ਕੀ ਲੈਣਾ, ਪ੍ਰਸ਼ਨ ਇਹ ਵੀ ਪੈਦਾ ਹੁੰਦਾ। ਨਿੱਜੀ ਲਾਗ ਡਾਟ ਹੁਣ ਜਿਸ ਤਰੀਕੇ ਨਾਲ ਪਤਾ ਲੱਗਾ ਕਿ ਇੱਕ ਕਾਂਗਰਸੀ ਨੇਤਾ ਨੂੰ ਚੁੱਕਿਆ, ਪਾਰਕਿੰਗ ਵਾਲੇ ਬੰਦੇ ਨੂੰ ਹਿਰਾਸਤ 'ਚ ਲਿਆ ਗਿਆ, 23 ਦੇ ਕਰੀਬ ਹੋਰ ਬੰਦਿਆਂ ਨੂੰ ਹਿਰਾਸਤ ਵਿੱਚ ਲਿਆ ਗਿਆ। ਬਹੁਤ ਕੁਝ ਇਹੋ ਜਿਹਾ ਆ ਕਿ ਜਿਹੜਾ ਪੁਲਿਸ ਕਰ ਰਹੀ ਹੈ, ਪਰ ਪੁਲਿਸ ਅਜੇ ਵੀ ਪੁਲਿਸ ਦੇ ਹੱਥ ਜਿਹੜੇ ਇਹ ਖਾਲੀ ਦੇ ਖਾਲੀ ਹਨ।
ਹੁਣ ਪਤਾ ਲੱਗਾ ਕਿ ਸੀਸੀਟੀਵੀ ਕੈਮਰੇ ਜਿਹੜੇ ਖੰਗਾਲੇ ਜਾ ਰਹੇ ਆ, ਪਰ ਸੀਸੀਟੀਵੀ ਕੈਮਰੇ ਵੀ ਸੁਖਵਿੰਦਰ ਜੀ ਉੱਥੇ ਖੰਗਾਲਣੇ ਏਡੇ ਸੌਖੇ ਨਹੀਂ, ਕਿਉਂਕਿ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸੰਗਤ ਜਿਹੜੀ ਰੋਜ਼ ਆਉਂਦੀ ਆ, ਤੇ ਕਿਸੇ ਵੀ ਪਿੰਨ ਪੁਆਇੰਟ ਤੇ ਕਰਕੇ ਕਿਸੇ ਬੰਦੇ ਨੂੰ ਆਇਡੈਂਟੀਫਾਈ ਕਰਨਾ ਜਿਹੜਾ ਬੜਾ ਮੁਸ਼ਕਲ ਆ। ਹੁਣ ਇਹ ਵੀ ਪਤਾ ਲੱਗਾ ਕਿ ਉਸ ਸਮੇਂ ਦੇ ਸਾਰੇ ਜਿਹੜੇ ਮੋਬਾਈਲ ਡਾਟਾ ਆ ਉਸ ਨੂੰ ਵੀ ਖੰਗਾਲਣ ਦਾ ਯਤਨ ਆ, ਪਰ ਪੁਲਿਸ ਵਾਸਤੇ ਇਹ ਵੀ ਇੱਕ ਬੜੀ ਵੱਡੀ ਸਿਰਦਰਦੀ ਆ ਕਿ ਉੱਥੇ ਹਜ਼ਾਰਾਂ ਮੋਬਾਈਲ ਉਸ ਵੇਲੇ ਐਕਟਿਵ ਹੋਣਗੇ, ਜਿਹੜੇ ਆਧਾਰ ਤੇ ਜਿਹੜੀ ਪੁਲਿਸ ਜਿਹੜੀ ਉਹ ਜਾਂਚ ਕਰੂਗੀ। ਕਹਿਣ ਦਾ ਅਰਥ ਹੈ ਕਿ ਇਹ 3 ਧਮਾਕੇ ਜਿਹੜੇ ਹੋਏ ਨੇ, ਚਾਹੇ ਉਹ ਚਿਮਨੀ 'ਚ ਫਟਣ ਕਰਕੇ ਹੋਇਆ ਹੋਵੇ, ਚਾਹੇ ਕਿਤੇ ਲਟਕਦਾ ਹੋਵੇ, ਚਾਹੇ ਆਈਈਡੀ ਦੀ ਵਰਤੋਂ ਕਿਤੇ ਵੀ ਹੋਈ ਹੋਵੇ, ਸੁਖਵਿੰਦਰ ਜੀ ਇਹਦੇ ਨਾਲ ਪੁਲਿਸ ਦੇ ਅਸੀਂ ਕਹਿ ਸਕਦੇ ਹਾਂ ਕਿ ਕਾਰਜਸ਼ੈਲੀ ਦੇ ਉੱਤੇ ਪ੍ਰਸ਼ਨ ਚਿੰਨ੍ਹ ਜ਼ਰੂਰ ਲੱਗਦਾ, ਕਿਉਂਕਿ ਹਰ ਵਕਤ ਉਹ ਅਸੀਂ ਕਹਿ ਸਕਦੇ ਹਾਂ ਕਿ ਉਹ ਏਰੀਆ ਜਿਹੜਾ ਵੀਵੀਆਈਪੀ ਦੀ ਆਮਦ ਜਿਹੜੀ ਬਣੀ ਰਹਿੰਦੀ ਹੈ, ਕਦੇ ਕੋਈ ਨੇਤਾ ਆ ਜਾਂਦਾ, ਕਦੇ ਕੋਈ ਨੇਤਾ ਆ ਜਾਂਦਾ। ਉਸ ਤੋਂ ਇਲਾਵਾ ਦੇਸ਼ ਵਿਦੇਸ਼ ਤੋਂ ਸੰਗਤ ਜਿਹੜੀ ਆ ਹਰ ਸਮੇਂ ਉੱਥੇ ਪਹੁੰਚਦੀ ਆ, ਤੇ ਉਹ ਇਹੋ ਜਿਹੇ ਮੌਕੇ ਦੇ ਉੱਤੇ ਜਾਂ ਅਜਿਹੀਆਂ ਸਥਿਤੀਆਂ ਦੇ ਵਿੱਚ ਜੇਕਰ ਇਹੋ ਜਿਹੇ ਧਮਾਕੇ ਹੁੰਦੇ ਨੇ ਤਾਂ ਕੁਦਰਤੀ ਲੋਕਾਂ ਦੇ ਵਿੱਚ ਇੱਕ ਖੌਫ ਜਿਹੜਾ ਉਹ ਜ਼ਰੂਰ ਪੈਦਾ ਹੁੰਦਾ। ਤਾਂ ਪੁਲਿਸ ਪ੍ਰਸ਼ਾਸਨ ਨੂੰ ਚਾਹੀਦਾ ਕਿ ਉਸ ਖੌਫ ਨੂੰ ਜਿਹੜਾ ਖਤਮ ਕਰਨ ਵਾਸਤੇ ਜਲਦੀ ਤੋਂ ਜਲਦੀ ਜਿਹੜੀ ਦੋਸ਼ੀਆਂ ਦੀ ਪਹਿਚਾਣ ਜਿਹੜੀ ਕੀਤੀ ਜਾ ਸਕੇ। ਹਾਲਾਂਕਿ ਇਹ ਵੀ ਗੱਲ ਆਪਾਂ ਜ਼ਰੂਰ ਕਹਿ ਦਈਏ ਕਿ ਇਹਨਾਂ ਬੰਬ ਧਮਾਕਿਆਂ ਦਾ ਉੱਥੇ ਸੰਗਤ ਦੇ ਉੱਤੇ ਕਿਸੇ ਵੀ ਕਿਸਮ ਦਾ ਕੋਈ ਪ੍ਰਭਾਵ ਨਹੀਂ ਆ। ਲੋਕ ਰੋਜ਼ਮਰਾ ਦੀ ਤਰ੍ਹਾਂ ਉੱਥੇ ਦਰਸ਼ਨ ਦਿਦਾਰੇ ਕਰਨ ਜਾ ਰਹੇ ਆ, ਨਤਮਸਤਕ ਹੁੰਦੇ ਤੇ ਵਾਪਸ ਆ ਰਹੇ ਆ। ਪਰ ਇਸ ਸਭ ਦੇ ਬਾਵਜੂਦ ਵੀ ਇੱਕ ਜਿਹੜਾ ਅਕਸ ਆ ਉਹ ਜ਼ਰੂਰ ਗਲਤ ਪ੍ਰਭਾਵ ਜਿਹੜਾ ਸੁਖਵਿੰਦਰ ਜੀ ਜ਼ਰੂਰ ਪੈ ਰਿਹਾ, ਗਲਤ ਪੈ ਰਿਹਾ ਕਿ ਪੁਲਿਸ ਇੰਨੇ ਦਿਨਾਂ ਦੇ ਬਾਵਜੂਦ ਵੀ ਕਿ ਅਜੇ ਤੱਕ ਜੇਕਰ ਕਿਸੇ ਵੀ ਨਤੀਜੇ ਤੇ ਨਹੀਂ ਪਹੁੰਚੀ ਤਾਂ ਫਿਰ ਕੁਦਰਤੀ ਤੌਰ ਤੇ ਉਹਨਾਂ ਦੀ ਕਾਰਜਸ਼ੈਲੀ ਤੇ ਪ੍ਰਸ਼ਨ ਜ਼ਰੂਰ ਲੱਗੇਗਾ, ਕਿਉਂਕਿ ਬੀਤੇ ਦੌਰ ਦੇ ਵਿੱਚ ਅਜਿਹੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਜਿਹੜੀਆਂ ਨੇ ਕਈ ਵਾਰ ਵੱਡੀਆਂ ਘਟਨਾਵਾਂ ਦੀ ਜ਼ਿੰਮੇਵਾਰ ਜਿਹੜੀਆਂ ਬਣ ਜਾਂਦੀਆਂ ਨੇ। ਸੋ ਪੁਲਿਸ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਸੁਖਵਿੰਦਰ ਜੀ ਇਸ ਮਸਲੇ ਨੂੰ ਹੱਲ ਕਰਕੇ ਲੋਕਾਂ ਦੇ ਅੰਦਰ ਜਿਹੜੀਆਂ ਇਹੋ ਜਿਹੀਆਂ ਚੀਜ਼ਾਂ ਬਣੀਆਂ ਨੇ, ਭ੍ਰਾਂਤਰੀਆਂ ਬਣੀਆਂ ਨੇ, ਉਹਨਾਂ ਨੂੰ ਦੂਰ ਕੀਤਾ ਜਾਵੇ। ਬਿਲਕੁਲ ਬਿਲਕੁਲ। ਚਲੋ ਅਨਿਕ ਸਾਹਿਬ, ਤੁਸੀਂ ਸਾਡੇ ਨਾਲ ਪ੍ਰੋਗਰਾਮ ਜੁੜੇ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ। ਆਏ ਸਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ, ਜਿਨ੍ਹਾਂ ਦੇ ਵੱਲੋਂ ਇਹਨਾਂ ਅਹਿਮ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ। ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਦੇ ਨਾਲ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋ। ਦੁਬਾਰਾ ਫਿਰ ਮਿਲਾਂਗੇ। ਧੰਨਵਾਦ।